ਬਾਈ ਜੀ ਡੇਰਾ ਸੱਚਾ ਸੌਦਾ ਦੇ ਚੀਫ ਨੂੰ ਯਾਨੀ ਕਿ ਗੁਰਮੀਤ ਰਾਮ ਰਹੀਮ ਨੂੰ ਇਹ ਪੇਰੋਲ ਮਿਲ ਜਾਂਦੀ ਹੈ 21 ਦਿਨਾਂ ਦੇ ਲਈ ਉਹ ਬਾਹਰ ਆ ਰਹੇ ਨੇ। ਸੋ ਇਹ ਬਿਲਕੁਲ ਉਦੋਂ ਹੁੰਦਾ ਜਦੋਂ ਚੋਣਾਂ ਦਾ ਸਮਾਂ ਨਜ਼ਦੀਕ ਹੈ, 13 ਦਿਨ ਰਹਿ ਚੁੱਕੇ ਨੇ। ਸੋ ਇਸ ਨੂੰ ਕਿਵੇਂ ਦੇਖਦੇ ਹੋ? ਦੇਖਣਾ ਕੀ ਹੈ ਜੀ, ਇਹ ਇੱਕ ਵੋਟਾਂ ਦਾ ਸਟੰਟ ਹੈ। ਇਹ ਵੋਟਾਂ ਲੈਣ ਵਾਸਤੇ ਇਹ ਸਾਰਾ ਕੁਝ ਬੀਜੇਪੀ ਕਰ ਰਹੀ ਹੈ। ਇਹਨਾਂ ਨੂੰ ਪਤਾ ਹੈਗਾ ਕਿ ਉਹ ਤਾਂ ਵੈਸੇ ਤਾਂ ਪੰਜਾਬ 'ਚ ਵੋਟ ਪੈਂਦੀ ਨਹੀਂ ਕਿਸਾਨਾਂ ਕਰਕੇ। ਇਹਨਾਂ ਨੇ ਇੱਕ ਸਟੰਟ ਖੇਲਿਆ ਵੀ ਇੱਕ ਕਿਸੇ ਦੇ ਗੁਰੂ ਨੂੰ ਰਿਹਾ ਆਪਾਂ ਪਰੌਲ ਦੇ ਕੇ ਉਹ ਇਹਨਾਂ ਕੋਲੋਂ ਆਪਾਂ ਵੋਟਾਂ ਲੈ ਲੈਂਦੇ ਹਾਂ। ਮਨੋਹਰ ਲਾਲ ਖੱਟਰ ਦਾ ਇਹ ਬਿਆਨ ਵੀ ਆਇਆ ਹੈ ਕਿ 3 ਸਾਲ ਜਦੋਂ ਕੋਈ ਜੇਲ੍ਹ ਦੇ ਵਿੱਚ ਰਹਿ ਲੈਂਦਾ ਹੈ ਉਸ ਤੋਂ ਬਾਅਦ ਉਹਨੂੰ ਪੇਰੋਲ ਮਿਲ ਸਕਦੀ। ਠੀਕ ਹੈ ਜੀ, ਬਿਲਕੁਲ ਸਹੀ ਕਹਿੰਦੇ ਆ ਉਹ। ਬਟ ਸਾਡੇ ਹਵਾਰਾ ਜੀ ਇੰਨੇ ਸਾਲ ਹੋ ਗਏ ਘੱਟੋ ਘੱਟ ਵੀ ਇਹਨਾਂ ਨੂੰ ਮੇਰੇ ਹਿਸਾਬ ਨਾਲ ਇੰਨੀ ਤਾਂ ਮੈਨੂੰ ਨੌਲੇਜ ਨਹੀਂ ਗੀ। ਉਹਨਾਂ ਨੂੰ ਮੈਂ ਜਦ ਦਾ ਜੰਮਿਆ ਵਾ ਉਸ ਤੋਂ 10-12 ਸਾਲ ਦੇ ਉਹ ਜੇਲ੍ਹ 'ਚ ਨੇ, 20 ਸਾਲ ਤੋਂ ਤਕਰੀਬਨ ਹੋ ਗਏ ਨੇ ਉਹਨਾਂ ਨੂੰ ਕਿਉਂ ਨਹੀਂ ਪਰੋਲ ਮਿਲੀ ਗਈ ਜੀ ਹੁਣ ਤੱਕ? ਠੀਕ ਹੈ ਜੀ, ਸਾਡੇ ਸਿੰਘ ਇੰਨੇ ਦਿੱਲੀ ਕੈਦ ਕੀਤੇ ਹੋਏ ਇਹਨਾਂ ਨੇ, ਜੇਲ੍ਹਾਂ 'ਚ ਬੈਠੇ ਆ ਜੀ, ਉਹਨਾਂ ਨੂੰ ਕਿਉਂ ਨਹੀਂ ਪਰੋਲ ਮਿਲੀ ਹੈਗੀ? ਕਿ ਹੁਣ ਸਿੱਖ ਕੌਮ ਦੇ ਜਥੇਦਾਰ ਹੈ ਜਗਤਾਰ ਸਿੰਘ ਹਵਾਰਾ ਕਿ ਉਹਨਾਂ ਦਾ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ ਚੱਲਦਾ ਕੋਰਟ ਦੇ ਵਿੱਚ, ਉਹਨੂੰ ਫਿਰ ਵੀ ਦਿੱਲੀ ਅਦਾਲਤ ਵਿੱਚ ਰੱਖਿਆ ਵਾ। ਹੁਣ ਦਿੱਲੀ ਅਦਾਲਤ ਤੋਂ ਮੈਨੂੰ ਪੰਜਾਬ ਟ੍ਰਾਂਸਫਰ ਕਰਨਾ ਚਾਹੀਦਾ। ਜਿਹੜੇ ਬੰਦੇ ਇੰਨਾ ਕੁਛ ਕਰਿਆ ਦੇਸ਼ ਕੌਮ ਵਾਸਤੇ, ਸਿੱਖ ਕੌਮ ਵਾਸਤੇ, ਉਸ ਬੰਦੇ ਨੂੰ ਤਾਂ ਬਾਹਰ ਨਹੀਂ ਛੋੜਦੇ ਜੀ। ਜਿਹੜਾ ਬੰਦਾ ਕਰਦਾ ਇਹ ਗੰਦੇ ਬੰਦੇ ਕੰਮ ਕਰਦੇ ਆ ਲੋਕ, ਉਹਨਾਂ ਪੜੋਲ ਤੇ ਕੱਢਦਾ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਰਫ ਇੱਕ ਮਹਿਜ਼ ਇਤਫਾਕ ਹੈ ਜਾਂ ਫਿਰ ਕੁਝ ਹੋਰ ਹੈ? ਐਸੇ ਜੀ ਵੋਟਾਂ ਕਰਕੇ ਛੱਡਿਆ ਜਾ ਰਿਹਾ ਹੈ 21 ਦਿਨ ਵਾਸਤੇ। ਤੁਹਾਨੂੰ ਵੀ ਇਹੀ ਲੱਗਦਾ ਹੈ? ਹਾਂਜੀ ਹਾਂਜੀ, ਹੋਰ ਕੋਈ ਗੱਲ ਨਹੀਂ। ਕਾਂਗਰਸ ਦਾ ਦੇਖ ਲਓ, ਰਾਜਾ ਚਲਾ ਗਿਆ 4.5 ਸਾਲ ਚ, ਕਿਆ ਕਰਕੇ ਗਿਆ? ਬਾਦਲਾਂ ਨੇ ਉਹਦੇ ਕੇਸ ਮਾਫ ਕਰਦੇ, ਉਹਨੇ ਇਹ ਤੇ ਕਰਤੇ। ਚੱਲ ਬਈ ਜੀ, ਮੈਂ ਮੇਰੇ ਵਰਗੇ ਨੂੰ ਤੇਰੇ ਵਰਗੇ ਨੂੰ ਫੁੱਦੂ ਬਣਾ ਦੇ ਇਹਨਾਂ ਨੇ। ਗੁਰਮੀਤ ਰਾਮ ਰਹੀਮ ਨੂੰ ਪੇਰੋਲ ਮਿਲਦੀ ਹੈ 21 ਦਿਨਾਂ ਦੀ, ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਗਲਤ ਕਰਿਆ ਜੀ ਇਹ ਤਾਂ ਕੰਮ ਵੋਟਾਂ ਕਰਕੇ, ਤਾਂ ਵੋਟਾਂ ਲੈਣੇ ਕਰਕੇ ਹੀ ਛੱਡਿਆ ਜੀ। ਉੱਦਾਂ ਤਾਂ ਛੱਡੇ ਨਹੀਂ ਸਕਦੇ ਤੇ। ਪਹਿਲਾਂ ਕਿਉਂ ਨਹੀਂ ਛੱਡਿਆ ਉਹਨਾਂ ਨੇ? ਪਹਿਲਾਂ ਤਾਂ ਕਿੰਨੀ ਵਾਰ ਉਹਨਾਂ ਨੇ ਅਪੀਲ ਕਰ ਲਈ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ। ਚੋਣਾਂ ਦੇ ਵਿੱਚ ਮਹਿਜ਼ 13 ਦਿਨ ਰਹਿ ਚੁੱਕੇ ਨੇ ਤੇ ਉਸ ਤੋਂ ਪਹਿਲਾਂ ਖਬਰ ਸਾਹਮਣੇ ਆਂਦੀ ਹੈ ਕਿ ਡੇਰਾ ਸੱਚਾ ਸੌਦਾ ਦੇ ਚੀਫ ਯਾਨੀ ਕਿ ਗੁਰਮੀਤ ਰਾਮ ਰਹੀਮ ਨੂੰ ਪੇਰੋਲ ਮਿਲ ਜਾਂਦੀ ਹੈ। 21 ਦਿਨਾਂ ਦੀ ਇਹ ਪੇਰੋਲ ਮਿਲਦੀ ਹੈ। ਇਸ ਨੂੰ ਸਿਆਸਤ ਦੇ ਘੇਰੇ ਦੇ ਵਿੱਚ ਵੀ ਲਿਆ ਕੇ ਦੇਖਿਆ ਜਾ ਰਿਹਾ ਕਿ ਆਖਿਰਕਾਰ ਚੋਣਾਂ ਤੋਂ 13 ਦਿਨ ਪਹਿਲਾਂ ਹੀ ਇਹ ਫੈਸਲਾ ਕਿਉਂ ਸਾਹਮਣੇ ਆਇਆ। ਸੋ ਲੋਕਾਂ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਇਸ ਦੇ ਬਾਰੇ ਦੇ ਵਿੱਚ ਕੀ ਸੋਚਣਾ ਹੈ ਕਿ ਇਸ ਦੇ ਪਿੱਛੇ ਕੀ ਹੋ ਸਕਦਾ ਹੈ। ਕਿਉਂਕਿ ਅਗਰ ਗੱਲ ਕਰੀਏ ਸੋ ਪੰਜਾਬ ਦੇ ਮਾਲਵਾ ਇਲਾਕੇ ਦੇ ਵਿੱਚ ਤਕਰੀਬਨ 69 ਸੀਟਾਂ ਦੇ ਉੱਤੇ ਅਸਰ ਪੈ ਸਕਦਾ ਹੈ ਇਸ ਫੈਸਲੇ ਦਾ। ਸੋ ਇੱਥੇ ਆਪਣੇ ਨਾਲ ਕੁਝ ਬਾਈ ਜੀ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਡੇਰਾ ਸੱਚਾ ਸੌਦਾ ਦੇ ਚੀਫ ਨੂੰ ਯਾਨੀ ਕਿ ਗੁਰਮੀਤ ਰਾਮ ਰਹੀਮ ਨੂੰ ਇਹ ਪੇਰੋਲ ਮਿਲ ਜਾਂਦੀ ਹੈ 21 ਦਿਨਾਂ ਦੇ ਲਈ ਉਹ ਬਾਹਰ ਆ ਰਹੇ ਨੇ। ਸੋ ਇਹ ਬਿਲਕੁਲ ਉਦੋਂ ਹੁੰਦਾ ਜਦੋਂ ਚੋਣਾਂ ਦਾ ਸਮਾਂ ਨਜ਼ਦੀਕ ਹੈ, 13 ਦਿਨ ਰਹਿ ਚੁੱਕੇ ਨੇ। ਸੋ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖਣਾ ਕੀ ਹੈ ਜੀ, ਇਹ ਇੱਕ ਵੋਟਾਂ ਦਾ ਸਟੰਟ ਹੈ। ਇਹ ਵੋਟਾਂ ਲੈਣ ਵਾਸਤੇ ਇਹ ਸਾਰਾ ਕੁਝ ਬੀਜੇਪੀ ਕਰ ਰਹੀ ਹੈ। ਇਹਨਾਂ ਨੂੰ ਪਤਾ ਹੈਗਾ ਕਿ ਉਹ ਤਾਂ ਵੈਸੇ ਤਾਂ ਪੰਜਾਬ 'ਚ ਵੋਟ ਪੈਂਦੀ ਨਹੀਂ ਕਿਸਾਨਾਂ ਕਰਕੇ। ਇਹਨਾਂ ਨੇ ਇੱਕ ਸਟੰਟ ਖੇਲਿਆ ਵੀ ਇੱਕ ਕਿਸੇ ਦੇ ਗੁਰੂ ਨੂੰ ਰਿਹਾ ਆਪਾਂ ਪਰੌਲ ਦੇ ਕੇ ਉਹ ਇਹਨਾਂ ਕੋਲੋਂ ਆਪਾਂ ਵੋਟਾਂ ਲੈ ਲੈਂਦੇ ਹਾਂ। ਉਹ ਕਰਪਟ ਹੈ ਜੀ, ਸਭ ਕਰਪਸ਼ਨ ਹੈ। ਸਾਡੇ ਮਨੋਹਰ ਲਾਲ ਖੱਟਰ ਦਾ ਇਹ ਬਿਆਨ ਵੀ ਆਇਆ ਹੈ ਕਿ 3 ਸਾਲ ਜਦੋਂ ਕੋਈ ਜੇਲ੍ਹ ਦੇ ਵਿੱਚ ਰਹਿ ਲੈਂਦਾ ਹੈ ਉਸ ਤੋਂ ਬਾਅਦ ਉਹਨੂੰ ਪੇਰੋਲ ਮਿਲ ਸਕਦੀ ਹੈ। ਠੀਕ ਹੈ ਜੀ, ਬਿਲਕੁਲ ਸਹੀ ਕਹਿੰਦੇ ਆ ਉਹ। ਬਟ ਸਾਡੇ ਹਵਾਰਾ ਜੀ ਇੰਨੇ ਸਾਲ ਹੋ ਗਏ ਘੱਟੋ ਘੱਟ ਵੀ ਇਹਨਾਂ ਨੂੰ ਮੇਰੇ ਹਿਸਾਬ ਨਾਲ ਇੰਨੀ ਤਾਂ ਮੈਨੂੰ ਨੌਲੇਜ ਨਹੀਂ ਗੀ। ਉਹਨਾਂ ਨੂੰ ਮੈਂ ਜਦ ਦਾ ਜੰਮਿਆ ਵਾ ਉਸ ਤੋਂ 10-12 ਸਾਲ ਦੇ ਉਹ ਜੇਲ੍ਹ 'ਚ ਨੇ, 20 ਸਾਲ ਤੋਂ ਤਕਰੀਬਨ ਹੋ ਗਏ ਨੇ ਉਹਨਾਂ ਨੂੰ ਕਿਉਂ ਨਹੀਂ ਪਰੋਲ ਮਿਲੀ ਗਈ ਜੀ ਹੁਣ ਤੱਕ? ਠੀਕ ਹੈ ਜੀ, ਸਾਡੇ ਸਿੰਘ ਇੰਨੇ ਦਿੱਲੀ ਕੈਦ ਕੀਤੇ ਹੋਏ ਇਹਨਾਂ ਨੇ, ਜੇਲ੍ਹਾਂ 'ਚ ਬੈਠੇ ਆ ਜੀ, ਉਹਨਾਂ ਨੂੰ ਕਿਉਂ ਨਹੀਂ ਪਰੋਲ ਮਿਲੀ ਹੈਗੀ? ਉਹ ਵੀ ਦੱਸੋ ਨਾ। ਇਹਦੇ ਤੇ ਹੀ ਮਰਡਰ ਕੇਸ ਹੈ, ਰੇਪ ਕੇਸ ਹੈ। ਉਹਨਾਂ ਦੇ ਤਾਂ ਮਰਡਰ ਕੇਸ ਆ। ਉਹਨਾਂ ਨੇ ਆਪਣੇ ਇੱਕ ਮੰਨ ਲਓ ਸਿੱਖ ਇਤਿਹਾਸ ਵਾਸਤੇ ਸ਼ਹੀਦੀ ਦਿੱਤੀ ਆ, ਆਪਣੀ ਇੱਕ ਸ਼ਹਾਦਤ ਦਿੱਤੀ। ਉਹ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਨੂੰ ਵੀ ਪਰੋਲ ਮਿਲਣੀ ਚਾਹੀਦੀ ਹੈ ਨਾ ਜੀ। ਇਹ ਤਾਂ ਗਲਤ ਹੈ। ਇਹ ਇੱਕ ਸੰਵਿਧਾਨ ਨੂੰ ਲੱਤ ਮਾਰੀ ਜਾ ਰਹੀ ਹੈ। ਇਹ ਆਪਣਾ ਇੱਕ ਰੈਗੂਲਰ ਘਰੇ ਬੈਠ ਕੇ ਸੰਵਿਧਾਨ ਬਣਾਇਆ ਜਾ ਰਿਹਾ ਜੀ। ਇਹ ਤਕਰੀਬਨ 69 ਸੀਟਾਂ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਇਹਦਾ ਅਸਰ ਪੈ ਸਕਦਾ ਔਰ ਉਹ ਸਾਰੀਆਂ ਮਾਲਵੇ ਦੀਆਂ ਨੇ। ਔਰ ਗੱਲ ਕਰੀਏ ਸੋ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਿਹਰਾ ਅਨਾਉਂਸ ਕੀਤਾ ਭਗਵੰਤ ਮਾਨ ਨੂੰ, ਸੋ ਮਾਲਵੇ ਦੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਡੰਕਾ ਵੱਜਦਾ ਦਿਖਾਈ ਵੀ ਦੇ ਰਿਹਾ ਸੀ। ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਲੱਗਦਾ ਕਿ ਇਸ ਦਾ ਭਾਰੀ ਅਸਰ ਪੈਣ ਵਾਲਾ? ਦੇਖੋ ਜੀ, ਸਾਨੂੰ ਹੋਰ ਬਾਰੇ ਪੂਰੇ ਪੰਜਾਬ ਬਾਰੇ ਤਾਂ ਨਹੀਂ ਪਤਾ ਵੀ ਕੀ ਹੋਊਗਾ ਕੀ ਨਹੀਂ, ਪਰ ਸਾਡੇ ਇੱਥੇ ਤਾਂ ਜੀ ਤਕਰੀਬਨ ਸਾਰਾ ਜ਼ੋਰ ਐਨਕੇ ਸ਼ਰਮਾ ਜੀ ਦਾ ਆ। ਤੇ ਇੰਨਾ ਕੋਈ ਖਾਸ ਬੀਜੇਪੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਇਹ ਤਾਂ ਸਿਰਫ ਇੱਕ ਪਬਲਿਕ ਸਟੰਟ ਹੈ, ਹੋਰ ਕੁਝ ਨਹੀਂਗਾ। ਵੋਟਾਂ ਫਿਰ ਵੀ ਜਿਹਨੇ ਪਾਣੀ ਹੈ, ਅੰਦਰ ਜਾ ਕੇ ਕਿਹੜਾ ਬਟਨ ਦਬਾ ਦੇਣਾ ਕਿਸੇ ਨੂੰ ਕੁਝ ਨਹੀਂ ਪਤਾਗਾ ਜੀ। ਮਿਹਰਬਾਨੀ ਸਾਡੇ ਨਾਲ ਗੱਲਬਾਤ ਕਰਨ ਲਈ। ਬਾਈ ਜੀ ਨੂੰ ਵੀ ਪੁੱਛਦੇ ਹਾਂ। ਬਾਈ ਜੀ ਤੁਹਾਡਾ ਕੀ ਕਹਿਣਾ ਹੈਗਾ ਇਸ ਮਾਮਲੇ ਦੇ ਉੱਤੇ? ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਗੁਰਮੀਤ ਰਾਮ ਰਹੀਮ ਨੂੰ ਪੇਰੋਲ ਮਿਲ ਜਾਂਦੀ ਹੈ 21 ਦਿਨ ਦੀ, ਔਰ ਉਹ ਵੀ ਉਦੋਂ ਜਦੋਂ ਚੋਣਾਂ ਦੇ ਵਿੱਚ ਮਹਿਜ਼ 13 ਦਿਨ ਰਹਿ ਗਏ ਨੇ। ਇਹ ਤਾਂ ਸਰਕਾਰਾਂ ਦਾ ਜੀ ਆਪਸ ਦਾ
ਜਿਵੇਂ ਡਰੀ ਹੋਈਆਂ ਸਰਕਾਰਾਂ ਵੀ ਆਪਾਂ ਕਿਵੇਂ ਸਹੀ ਚਲਾਈਏ। ਤਾਂ ਮੋਦੀ ਦੀ ਸਕੀਮ ਹੈ ਜੀ ਉੱਪਰ ਤੋਂ, ਉਹਨਾਂ ਨੇ ਬਾਹਰ ਕੱਢਤਾ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਉਹ ਆਪਣੇ ਚੇਲੇ ਨੇ ਵੀ ਉਹਨਾਂ ਤੋਂ ਕਿੱਧਰ ਵੋਟ ਪਵਾਉਣੀ ਆਪਾਂ, ਉਹ ਵੋਟ ਪਾਉਣੇ ਕਰਕੇ ਬੀਜੇਪੀ ਨੂੰ ਪਵਾ ਸਕਦੇ ਆ, ਕਿੱਥੇ ਪਵਾ ਤਾਂ ਕਰਕੇ ਕੱਢੇ ਗਏ। ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਗੁਰਮੀਤ ਰਾਮ ਰਹੀਮ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤਾਂ ਬਠਿੰਡਾ ਦੇ ਉਹਨਾਂ ਦੇ ਇੱਕ ਡੇਰੇ ਦੇ ਵਿੱਚ ਬਹੁਤ ਸਾਰੇ ਪਾਰਟੀਆਂ ਤੋਂ ਲੀਡਰ ਜਿਹੜੇ ਆ ਉਹ ਸ਼ਮੂਲੀਅਤ ਵੀ ਕਰਦੇ ਨੇ। ਸੋ ਕਿਤੇ ਨਾ ਕਿਤੇ ਇਹ ਇਸ਼ਾਰਾ ਵੀ ਕਰਦੇ ਆ ਕੁਝ। ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ? ਨਹੀਂ, ਉਸ ਬਾਰੇ ਅਸੀਂ ਨਹੀਂ ਕਹਿ ਸਕਦੇ। ਉਸ ਬਾਰੇ ਨਹੀਂ ਪਤਾ ਤੁਹਾਨੂੰ? ਠੀਕ ਹੈ ਜੀ, ਮਿਹਰਬਾਨੀ ਸਾਡੇ ਨਾਲ ਗੱਲਬਾਤ ਕਰਨ ਲਈ। ਇੱਥੇ ਬਾਈ ਜੀ ਹੋਰ ਵੀ ਨੇ, ਇਹਨਾਂ ਨੂੰ ਪੁੱਛ ਲੈਂਦੇ ਆ ਜੀ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਗੁਰਮੀਤ ਰਾਮ ਰਹੀਮ ਨੂੰ ਪੇਰੋਲ ਮਿਲ ਗਈ 21 ਦਿਨਾਂ ਦੀ, ਔਰ ਉਹ ਵੀ ਉਦੋਂ ਜਦੋਂ 13 ਦਿਨ ਰਹਿ ਚੁੱਕੇ ਇਲੈਕਸ਼ਨ ਦੇ ਵਿੱਚ। ਸੋ ਤੁਹਾਨੂੰ ਕੀ ਲੱਗਦਾ ਹੈ, ਮਹਿਜ਼ ਇਤਫਾਕ ਹੈ ਜਾਂ ਫਿਰ ਕੁਝ ਹੋਰ ਹੈ? ਭਾਜੀ ਗੱਲ ਇੱਦਾਂ ਕਿ ਪਹਿਲੀ ਬਾਤ ਰਾਮ ਰਹੀਮ ਨੂੰ ਪੜੋਲ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਹੁਣ ਸਿੱਖ ਕੌਮ ਦੇ ਜਥੇਦਾਰ ਹੈ ਜਗਤਾਰ ਸਿੰਘ ਹਵਾਰਾ, ਕਿ ਉਹਨਾਂ ਦਾ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ ਚੱਲਦਾ ਕੋਰਟ ਦੇ ਵਿੱਚ, ਉਹਨੂੰ ਫਿਰ ਵੀ ਦਿੱਲੀ ਅਦਾਲਤ ਵਿੱਚ ਰੱਖਿਆ ਵਾ। ਉਹਨੂੰ ਦਿੱਲੀ ਅਦਾਲਤ ਤੋਂ ਫਿਰ ਪੰਜਾਬ ਟ੍ਰਾਂਸਫਰ ਕਰਨਾ ਚਾਹੀਦਾ ਹੈ। ਜਿਹੜੇ ਬੰਦੇ ਇੰਨਾ ਕੁਛ ਕਰਿਆ ਦੇਸ਼ ਕੌਮ ਵਾਸਤੇ, ਸਿੱਖ ਕੌਮ ਵਾਸਤੇ, ਉਸ ਬੰਦੇ ਨੂੰ ਤਾਂ ਬਾਹਰ ਨਹੀਂ ਛੋੜਦੇ ਜੀ। ਜਿਹੜਾ ਬੰਦਾ ਕਰਦਾ ਇਹ ਗੰਦੇ ਬੰਦੇ ਕੰਮ ਕਰਦੇ ਆ ਲੋਕ, ਉਹਨਾਂ ਪੜੋਲ ਤੇ ਕੱਢਤਾ। ਤਾਂ ਇਹਦੇ ਬਾਰੇ ਵੀਰੇ ਪਟੋਲ 'ਚ ਆਉਣਾ ਨਹੀਂ ਚਾਹੀਦਾ, ਤਾਂ ਇਹ ਗਲਤ ਹੈ। ਕੋਈ ਇਲੈਕਸ਼ਨਾਂ ਨੂੰ ਲੈ ਕੇ ਵੀ ਤੁਹਾਨੂੰ ਲੱਗਦਾ ਹੈ ਕਿ ਕੁਝ ਹੋ ਸਕਦਾ? ਇਹ ਸਰਕਾਰ ਆਪਣੇ ਬੈਨੀਫਿਟ ਵਾਸਤੇ ਕਰ ਰਹੀ ਹੈ ਜੀ। ਜੇ ਸਰਕਾਰ ਜਗਤਾਰ ਸਿੰਘ ਹਵਾਰੇ ਨੂੰ ਪੰਜਾਬ ਟ੍ਰਾਂਸਫਰ ਕਰਦੀ ਹੈ ਤਾਂ ਅਗਲੇ ਸੀਐਮ ਦਾ ਚਿਹਰਾ ਜਗਤਾਰ ਸਿੰਘ ਹਵਾਰਾ ਹੋ ਸਕਦੇ ਆ। ਇਸ ਕਰਕੇ ਕਿ ਪੰਜਾਬ ਦੇ ਜਿੰਨੇ ਬੰਦੇ ਆ ਜਗਤਾਰ ਸਿੰਘ ਹਵਾਰਾ ਨੂੰ ਬਥੇਰਾ ਮਤਲਬ ਕਿ ਪਿਆਰ ਕਰਦੇ ਆ। ਬਾਈ ਜੋ ਵੀ ਕਰਨਾ ਆਪਣੀ ਕੌਮ ਵਾਸਤੇ ਕਰਿਆ ਜੀ, ਠੀਕ ਹੈ ਨਾ। ਹੁਣ ਇਹ ਰਾਮ ਰਹੀਮ ਬਾਬਾ ਜੀ ਆ, ਇਹਨੇ ਕਿਆ ਕਰਿਆ? ਕੁਛ ਨਹੀਂ ਕਰਿਆ। ਸੋ ਮਿਹਰਬਾਨੀ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਅਸੀਂ ਇੱਥੇ ਵੀ ਰੈਂਡਮਲੀ ਰਿਵਿਊਜ਼ ਲੈ ਰਹੇ ਹਾਂ ਲੋਕਾਂ ਦੇ ਕਿ ਲੋਕਾਂ ਦਾ ਇਸ ਮਾਮਲੇ ਦੇ ਉੱਤੇ ਕੀ ਕਹਿਣਾ ਹੈਗਾ। ਇੱਥੇ ਕੁਝ ਹੋਰ ਵਿਅਕਤੀ ਆਪਣੇ ਨਾਲ ਖੜੇ ਨੇ, ਦੁਕਾਨਦਾਰ ਵੀ ਨੇ, ਕੰਮਕਾਰ ਕਰਦੇ ਨੇ, ਜ਼ਮੀਨ ਨਾਲ ਜੁੜੇ ਹੋਏ ਨੇ। ਸੋ ਸਾਰੇ ਇਸ਼ੂਜ਼ ਨੂੰ ਜਾਣਦੇ ਆ। ਬਾਈ ਜੀ, ਇੱਕ ਸਵਾਲ ਸੀਗਾ ਸਾਡੇ ਵੱਲੋਂ, ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੇਰੋਲ ਮਿਲ ਜਾਂਦੀ ਹੈ ਇਲੈਕਸ਼ਨਾਂ ਤੋਂ ਮਹਿਜ਼ 13 ਦਿਨ ਪਹਿਲਾਂ। ਸੋ ਕਿਸ ਤਰੀਕੇ ਦੇ ਨਾਲ ਲੈਂਦੇ ਹੋ ਇਸ ਚੀਜ਼ ਨੂੰ? ਆਮ ਜਨਤਾ ਹੈਗੀ ਹੈ, ਪੰਜਾਬ ਦੇ ਲੋਕੀ, ਉਹ ਇਲੈਕਸ਼ਨ ਚੱਲ ਰਹੇ ਨੇ ਇੱਥੇ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਰਫ ਇੱਕ ਮਹਿਜ਼ ਇਤਫਾਕ ਹੈ ਜਾਂ ਫਿਰ ਕੁਝ ਹੋਰ ਹੈ? ਐਸੇ ਜੀ ਵੋਟਾਂ ਕਰਕੇ ਛੱਡਿਆ ਜਾ ਰਿਹਾ ਹੈ 21 ਦਿਨ ਵਾਸਤੇ। ਤੁਹਾਨੂੰ ਵੀ ਇਹੀ ਲੱਗਦਾ ਹੈ? ਹਾਂਜੀ ਹਾਂਜੀ ਹਾਂਜੀ, ਹੋਰ ਕੋਈ ਗੱਲ ਨਹੀਂ ਜੀ। ਠੀਕ ਹੈ ਜੀ, ਜੋ ਉਹਨਾਂ ਨੇ ਗਲਤ ਕੰਮ ਕਰਿਆ ਉਹ ਠੀਕ ਨਹੀਂ ਗਾ ਇਹ, ਇਸ ਕਰਕੇ ਉਹਨੂੰ ਸਜ਼ਾ ਹੋਣੀ ਜੀ ਚਾਹੀਦੀ ਜੀ। ਹਾਂਜੀ। ਪਰ ਇਸ ਦਾ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਕਿ ਇਲੈਕਸ਼ਨਾਂ ਤੋਂ ਪਹਿਲਾਂ ਇਦਾਂ ਪੇਰੋਲ ਦੇ ਉੱਤੇ ਉਹਨਾਂ ਦਾ ਬਾਹਰ ਆਣਾ ਕਿਸ ਤਰੀਕੇ ਦੇ ਨਾਲ ਚੋਣਾਂ ਨੂੰ ਕਿੱਦਾਂ ਪ੍ਰਭਾਵਿਤ ਕਰੇਗਾ? ਮਾੜਾ ਪ੍ਰਭਾਵ ਪੈ ਸਕਦਾ ਜੀ ਵੋਟਾਂ ਕਰਕੇ। ਠੀਕ ਹੈ ਜੀ, ਜੇ ਉਹ ਬਾਹਰ ਆਉਣਗੇ, ਇੱਦਾਂ ਨਹੀਂ ਹੋਣਾ ਚਾਹੀਦਾ। ਜੀ, ਸੋ ਮਤਲਬ ਮਾਹੌਲ ਵੀ ਵਿਗੜ ਸਕਦਾ। ਤੁਸੀਂ ਕਹਿ ਰਹੇ ਹੋ ਕਿ ਨੈਗੇਟਿਵ ਇੰਪੈਕਟ ਵੀ ਪੈ ਸਕਦਾ। ਇਹਨਾਂ ਨੇ ਇੱਕ ਨਵੀਂ ਚੀਜ਼ ਜਿਹੜੀ ਐਡ ਕੀਤੀ ਹੈ ਉਹਦੇ ਵਿੱਚ ਕਿ ਇਸ ਚੀਜ਼ ਦਾ ਨੈਗੇਟਿਵ ਇੰਪੈਕਟ ਵੀ ਪੈ ਸਕਦਾ, ਮਾਹੌਲ ਵੀ ਵਿਗੜ ਸਕਦਾ, ਕਿਉਂਕਿ ਬਹੁਤ ਸਾਰੇ ਵਿਰੋਧ ਵੀ ਹੋ ਸਕਦੇ ਨੇ। ਇਦਾਂ ਦੀ ਚੀਜ਼ਾਂ ਵੀ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ। ਪਰ ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਜਿਹੜੇ ਲੋਕੀ ਥੋੜਾ ਸਿਆਸਤ ਦੇ ਉੱਤੇ ਫਰਕ ਦੱਸਦੇ ਨੇ ਉਹ ਇਸ ਨੂੰ ਇਸ ਤਰੀਕੇ ਦੇ ਨਾਲ ਵੀ ਲੈਂਦੇ ਨੇ ਕਿ ਪੰਜਾਬ ਦੇ ਵਿੱਚ ਤਕਰੀਬਨ 69 ਸੀਟਾਂ ਜਿਹੜੀਆਂ ਕਿ ਮਾਲਵੇ ਦੀਆਂ ਸੀਟਾਂ ਨੇ, ਉਹਨਾਂ ਦੇ ਉੱਤੇ ਜਿਹੜਾ ਡੇਰਾ ਸੱਚਾ ਸੌਦਾ ਦਾ ਕਾਫੀ ਜ਼ਿਆਦਾ ਪ੍ਰਭਾਵ ਰਹਿੰਦਾ। ਸੋ ਉਹਨਾਂ ਸੀਟਾਂ ਦੇ ਉੱਤੇ ਮੁਕਾਬਲਾ ਸਖਤ ਹੋਣ ਦੇ ਜਿਹੜੀ ਸ਼ੰਕਾ ਵੀ ਲਗਾਈ ਜਾ ਰਹੀ ਹੈ। ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਜਦੋਂ ਕੁਝ ਸਮਾਂ ਪਹਿਲਾਂ ਬਠਿੰਡਾ ਦੇ ਇੱਕ ਡੇਰੇ ਦੇ ਵਿੱਚ, ਇਹਨਾਂ ਦਾ ਬਹੁਤ ਵੱਡਾ ਡੇਰਾ ਉੱਥੇ ਜਦੋਂ ਜਨਮ ਦਿਨ ਮਨਾਇਆ ਜਾਂਦਾ ਤਾਂ ਉੱਥੇ ਬਹੁਤ ਸਾਰੇ ਜਿਹੜੇ ਲੀਡਰ ਨੇ, ਬਹੁਤ ਚਾਹੇ ਉਹ ਅਕਾਲੀ ਦਲ ਤੋਂ ਹੋਣ ਚਾਹੇ ਕਾਂਗਰਸ ਤੋਂ ਹੋਣ, ਉਹ ਵੀ ਉੱਥੇ ਦੇਖਣ ਨੂੰ ਮਿਲਦੇ ਨੇ ਕਿ ਉਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਸੋ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਉਸ ਤੋਂ ਬਾਅਦ ਇਹ ਪੇਰੋਲ ਮਿਲ ਜਾਣਾ, ਸੋ ਇਹ ਬੜੇ ਸਵਾਲ ਖੜੇ ਕਰਦੇ ਆ। ਸੋ ਹੋਰ ਵੀ ਲੋਕਾਂ ਤੋਂ ਦੇਖਦੇ ਆ ਕਿ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖ ਰਹੇ ਨੇ, ਉਹਨਾਂ ਨੂੰ ਕੀ ਲੱਗਦਾ ਹੈ ਕਿ ਕੀ ਵਜ੍ਹਾ ਹੋ ਸਕਦੀ ਹੈ ਇਸ ਫੈਸਲੇ ਦੇ ਪਿੱਛੇ। ਸਤਿ ਸ਼੍ਰੀ ਅਕਾਲ ਜੀ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਚੋਣਾਂ ਤੋਂ 13 ਦਿਨ ਪਹਿਲਾਂ ਪੇਰੋਲ ਮਿਲ ਜਾਂਦੀ ਹੈ 21 ਦਿਨਾਂ ਦੀ। ਸੋ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤੁਹਾਨੂੰ ਇਹ ਫੈਸਲਾ ਕਿਵੇਂ ਲੱਗਦਾ ਹੈ? ਪੇਰੋਲ ਮਿਲਦੀ ਹੈ ਤਾਂ ਇਹ ਤਾਂ ਪਾਰਟੀਆਂ ਹੀ ਦਵਾਉਂਦੀਆਂ, ਜਿਨ੍ਹਾਂ ਨੇ ਇਹਨਾਂ ਨੂੰ ਪੈਰੋਲ ਦਵਾਈ ਹੈ, ਮਾਫੀਆਂ ਦਈਆਂ, ਉਹਨਾਂ ਨੂੰ ਪੁੱਛੋ। ਇਹ ਇਲੈਕਸ਼ਨਾਂ ਕਰਕੇ ਆ ਜੀ, ਹੁਣ ਇਲੈਕਸ਼ਨਾਂ ਤਾਂ ਹੀ ਦਵਾ ਦੀ, ਹੋਰ ਕਿਆ ਜੀ, ਪਹਿਲਾਂ ਕਿਉਂ ਨਾ ਦਵਾ ਦੀ। ਔਰ ਮੰਨਿਆ ਇਹ ਜਾ ਰਿਹਾ ਹੈ ਕਿ ਤਕਰੀਬਨ 69 ਸੀਟਾਂ ਦੇ ਉੱਤੇ ਪੰਜਾਬ ਦੇ ਵਿੱਚ ਅਸਰ ਪੈ ਸਕਦਾ ਹੈ, ਯਾਨੀ ਕਿ ਉਹ ਵੀ ਮਾਲਵੇ ਏਰੀਆ ਦੀ। ਸੋ ਆਮ ਆਦਮੀ ਪਾਰਟੀ ਦੇ ਅਗੇਂਸਟ ਹੈ ਇਹ ਚਾਲ ਜਾਂ ਫਿਰ ਕੁਝ ਹੋਰ ਲੱਗਦਾ? ਇਹ ਹੁਣ ਤਾਂ ਆਮ ਆਦਮੀ ਨੂੰ ਪਊਗੀ ਵੋਟਾਂ ਦਾ। ਸਾਰੀ ਲੋਕ ਦੁਖੀ ਹਨ ਤੇ ਬਹੁਤ, ਇਹਨੇ 70 ਸਾਲ ਖਾਇਆ, ਲੁੱਟ ਕੇ ਖਾਇਆ ਜੀ, ਕੁਝ ਨਹੀਂ ਦਿਆ ਕਿਸੇ ਨੂੰ, ਕਿਸੇ ਦਾ ਕੁਝ ਨਹੀਂ ਸਵਾਰਿਆ। ਕੋਵਿਡ 'ਚ ਦੇਖ ਲਓ, ਆ ਸਕੂਲ 'ਚੋਂ ਨਾ ਜਿੰਨੇ ਵੀ ਮਤਲਬ ਬੰਦੇ ਦੇ ਇਹਨਾਂ ਦੇ ਆਪੇ ਰਾਸ਼ਨ ਲੈ ਗਏ, ਗਰੀਬ ਬੰਦੇ ਨੂੰ ਕਿਸੇ ਨੂੰ ਮਿਲਿਆ ਨਹੀਂ। ਬਾਕੀ 'ਚ ਕੀੜੇ ਪਏ, ਸੜਿਆ ਰਾਸ਼ਨ। 2-3 ਟਰਾਲੇ ਰਾਸ਼ਨ ਦੇ ਗੱਡੀਆਂ 'ਚ ਗਏ, ਰੇੜੀਆਂ 'ਚ ਗਏ ਬੈਠ ਇਹ ਹਾਲ ਹੋਇਆ। ਪਰ ਤੁਹਾਡੇ ਅਗਰ ਹਲਕੇ ਦੀ ਗੱਲ ਕਰੀਏ ਤੇ ਐਨ ਕੇ ਸ਼ਰਮਾ ਜੀ ਦਾ ਬੜਾ ਜ਼ਿਆਦਾ ਨਾਮ ਹੈ।
ਨਹੀਂ ਨਾਮ ਕੋਈ ਨਹੀਂ, ਹੁਣ ਨਹੀਂ, ਤਾਂ ਕੁਲਜੀਤ ਸਿੰਘ ਨੇ ਹੁਣ ਤਾਂ ਪਤਾ ਲੱਗ ਗਿਆ ਸਭ ਨੂੰ, ਹੁਣ ਨਹੀਂ ਪਤਾ ਕੋਈ ਨਹੀਂ। ਸੋ ਅਸੀਂ ਵਾਪਸ ਉਸੇ ਟੌਪਿਕ ਦੇ ਉੱਤੇ ਆਨੇ ਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਕਿਉਂ ਹੋ ਜਾਂਦਾ ਹੈ ਕਿ ਜਦੋਂ ਇੰਨੇ ਜ਼ਿਆਦਾ ਇਲਜ਼ਾਮ ਲੱਗੇ ਨੇ, ਪ੍ਰੂਫ ਵੀ ਹੋਏ ਨੇ, ਸਜ਼ਾਵਾਂ ਹੋਈਆਂ ਨੇ, ਉਸ ਦੇ ਬਾਵਜੂਦ ਇਲੈਕਸ਼ਨਾਂ ਦੇ ਨੇੜੇ ਆ ਕੇ ਸਗੋਂ ਇਹ ਫੈਸਲਾ ਹੋਣਾ। ਖੱਟਰ ਸਾਹਿਬ ਨੇ ਕਿਹਾ ਕਿ ਇਹ ਮਹਿਜ਼ ਇੱਕ ਸੰਜੋਗ ਹੈ ਕਿ ਇਲੈਕਸ਼ਨਾਂ ਦੇ ਨੇੜੇ ਇਹ ਹੋਇਆ। ਨਹੀਂ, ਖੱਟਰਨਾ ਤਾਂ ਦੇਖ ਲਓ ਪਹਿਲਾਂ ਕੀ ਹਾਲ ਕਰਿਆ ਹੈ, ਕਿਸਾਨ ਕਿੰਨੇ ਹੋਏ, ਇਹਨਾਂ ਨੇ ਕਿੰਨਾ ਜ਼ੋਰ ਲਾਇਆ, ਜਾਣ ਨਹੀਂ ਨਾ ਦੇ ਹੈ ਕਿਸਾਨ, ਫੇਰ ਵੀ ਚਲੇ ਗਏ, ਤਾਕਤ ਤੇ ਗਏ ਆ। ਹੁਣ ਇਹਨਾਂ ਨੇ ਇਲੈਕਸ਼ਨ ਕਰਕੇ ਮੋਦੀ ਨੇ ਵੀ ਕਰਤਾ, ਇਹਨਾਂ ਨੇ ਵੀ ਕਹਿਤਾ, ਨਹੀਂ ਤਾਂ ਇੱਥੇ ਕੋਈ ਨਹੀਂ ਵੜਨ ਦੇਤਾ ਇਹਨਾਂ ਨੂੰ। ਉਸੇ ਪਾਸੋਂ ਉਸੇ ਕੇ ਸਦਕਾ ਇਹ ਅੰਦਰ ਵੜਨ ਜੋਗੇ ਹੋਏ ਆ ਜੇ ਕਿਸਾਨਾਂ ਕੇ ਬਿੱਲ ਮਾਫ ਕਰਿਆ, ਨਹੀਂ ਤਾਂ ਇਹਨਾਂ ਨੂੰ ਕੋਈ ਨਹੀਂ ਵੜਨ ਦੇਤਾ ਜੀ। ਤਾਂ ਬੀਜੇਪੀ ਦੀ ਸਰਕਾਰ ਹੈ ਜੀ, ਕੁਝ ਵੀ ਕਰਵਾ ਸਕਦੀ ਹੈ ਜੀ। ਇਹ ਹੈ ਖੱਟਰ ਸਾਹਿਬ ਵੀ ਬੀਜੇਪੀ ਦਾ। ਸੋ ਇਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਇਹ ਜਿਹੜੀ ਪੇਰੋਲ ਦਾ ਫੈਸਲਾ ਹੋਇਆ ਉਹ ਕਿਤੇ ਨਾ ਕਿਤੇ ਚੋਣਾਂ ਤੋਂ ਹਾਂ, ਚੋਣਾਂ ਵਾਸਤੇ ਹੀ ਹੋਇਆ। ਉਹ ਕਹਿੰਦਾ ਵੀ ਅਸੀਂ ਹੁਣ ਤਾਂ ਬਦਲਣਾ, ਪਿਛਲੀ ਵਾਰ ਇਹ ਆ ਜਾਂਦਾ ਕੇਜਰੀਵਾਲ, ਕਾਲੀ ਕਾਂਗਰਸੀ ਮਿਲ ਗਏ, ਹੁਣ ਨਹੀਂ, ਹੁਣ ਕੋਈ ਇਹ ਵੀ ਪੱਕੇ ਹੋਏ ਵੇ, ਹੁਣ ਤਾਂ ਸਾਰੇ ਕਹਿੰਦੇ ਵੀ ਬਸ ਦਬਾ ਦਿਓ ਘੋੜਾ। ਹੁਣ ਕਾਂਗਰਸ ਦਾ ਦੇਖ ਲਓ, ਰਾਜਾ ਚਲਾ ਗਿਆ 4.5 ਸਾਲ ਚ, ਕਿਆ ਕਰਕੇ ਗਿਆ? ਬਾਦਲਾਂ ਨੇ ਉਹਨੇ ਉਹਦੇ ਕੇਸ ਮਾਫ ਕਰ ਦਿੱਤੇ, ਉਹਨੇ ਇਹ ਤੇ ਕਰਤੇ, ਚੱਲ ਬਾਈ ਜੀ। ਮੈਂ ਮੇਰੇ ਵਰਗੇ ਨੂੰ, ਤੇਰੇ ਵਰਗੇ ਨੂੰ ਫੁੱਦੂ ਬਣਾ ਦਿਆ ਇਹਨਾਂ ਨੇ। ਤਾਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਕਿ ਹੁਣ ਅਗਰ ਗੁਰਮੀਤ ਰਾਮ ਰਹੀਮ ਦੇ ਬਾਹਰ ਆਉਣ ਦੇ ਨਾਲ ਤੇ ਚੋਣਾਂ ਦੇ ਉੱਤੇ ਇਹ ਪ੍ਰਭਾਵ ਪਏਗਾ, ਅਗਰ ਵੋਟਾਂ ਇੱਧਰ ਉੱਧਰ ਹੁੰਦੀਆਂ, ਤਾਂ ਤੁਹਾਨੂੰ ਲੱਗਦਾ ਕਿ ਉਹ ਬਦਲ ਆ ਸਕੇਗਾ? ਨਹੀਂ, ਉਹ ਗੱਲ ਨਹੀਂ ਬਣਦੀ, ਉਹ ਨਹੀਂ ਬਦਲ ਨਹੀਂ ਆਉਂਦਾ ਹੈਗਾ, ਹੁਣ ਸਭ ਨੂੰ ਪਤਾ ਹੈ ਇਹਨਾਂ ਦਾ। ਜੀ ਜੀ, ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ। ਸੋ ਇਹ ਕਹਿੰਦੇ ਨੇ ਕਿ ਜਿਹੜਾ ਗੁਰਮੀਤ ਰਾਮ ਰਹੀਮ ਦੇ ਪੇਰੋਲ ਦਾ ਫੈਸਲਾ ਹੈਗਾ, ਕਿਤੇ ਨਾ ਕਿਤੇ ਉਹ ਜਿਹੜਾ ਹੈ ਉਹ ਚੋਣਾਂ ਦੇ ਉੱਤੇ ਅਸਰ ਪਾਏਗਾ ਵੀ, ਪਰ ਲੋਕੀ ਜਿਹੜੇ ਨੇ ਉਹ ਫੈਸਲਾ ਲੈ ਚੁੱਕੇ ਨੇ ਕਿ ਉਹਨਾਂ ਨੂੰ ਇੱਕ ਬਦਲ ਚਾਹੀਦਾ ਹੈ ਤੇ ਉਸ ਬਦਲ ਦੇ ਰਾਹ ਵੱਲ ਨੂੰ ਹੀ ਤੁਰਨਗੇ। ਹੋਰ ਵੀ ਲੋਕਾਂ ਨਾਲ ਗੱਲ ਕਰਦੇ ਆ ਔਰ ਉਹਨਾਂ ਨੂੰ ਪੁੱਛਦੇ ਆ ਕਿ ਉਹ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ। ਇੱਥੇ ਸਾਡੇ ਨਾਲ ਕੁਝ ਹੋਰ ਲੋਕ ਨੇ, ਉਹਨਾਂ ਤੋਂ ਪੁੱਛਦੇ ਆ ਜੀ, ਚੋਣਾਂ ਦੇ ਵਿੱਚ 13 ਦਿਨ ਰਹਿ ਗਏ ਨੇ ਤੇ 13 ਦਿਨ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ ਪੇਰੋਲ ਮਿਲਦੀ ਹੈ 21 ਦਿਨਾਂ ਦੀ, ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ? ਗਲਤ ਕਰਿਆ ਜੀ ਇਹ ਤਾਂ ਕੰਮ, ਵੋਟਾਂ ਕਰਕੇ, ਇਹਦਾ ਵੋਟਾਂ ਲੈਣੇ ਕਰਕੇ ਹੀ ਛੱਡਿਆ ਜੀ, ਉੱਦਾਂ ਤਾਂ ਛੱਡੇ ਨਹੀਂ ਸਕਦੇ ਤੇ। ਪਹਿਲਾਂ ਕਿਉਂ ਨਹੀਂ ਛੱਡਿਆ ਉਹਨਾਂ ਨੇ? ਪਹਿਲਾਂ ਤਾਂ ਕਿੰਨੀ ਵਾਰ ਉਹਨਾਂ ਨੇ ਅਪੀਲ ਕਰ ਲਈ, ਪਹਿਲਾਂ ਵੀ ਮਿਲੀ ਦੀ ਨਾ, ਮਾਂ ਕਰਕੇ ਮਿਲੀ ਸੀਗੀ, ਸਿਰਫ ਵੋਟਾਂ ਕਰਕੇ ਹੋ ਰਿਹਾ। ਤੇ ਤੁਹਾਨੂੰ ਕੀ ਲੱਗਦਾ ਇਹਦਾ ਸਿੱਧੇ ਤੌਰ ਦੇ ਉੱਤੇ ਕਿਹਨੂੰ ਨੁਕਸਾਨ ਹੋਏਗਾ, ਕਿਹਨੂੰ ਫਾਇਦਾ ਹੋਏਗਾ? ਇਹ ਤਾਂ ਜੀ ਹੁਣ ਜਿਹਦੇ ਉਹਦੇ ਸਮਰਥਨ ਹੈ ਉਹਨਾਂ ਨੂੰ ਹੀ ਫਾਇਦਾ ਹੋਊਗਾ, ਬਾਕੀ ਹੋਰਾਂ ਤਾਂ ਨੁਕਸਾਨ ਹੀ ਨੁਕਸਾਨ ਹੈ ਜੀ। ਸੋ ਤੁਹਾਡਾ ਕੀ ਕਹਿਣਾ ਜੀ ਇਸ ਬਾਰੇ? ਇਹ ਤਾਂ ਬਹੁਤ ਗਲਤ ਛੱਡਿਆ ਜੀ ਇਹਨਾਂ ਨੇ, ਛੱਡਣਾ ਚਾਹੀਦਾ, ਅਸਰ ਉਲਟਾ ਪੈਣਾ। ਤੇ ਅਗਰ ਅਸੀਂ ਗੱਲ ਕਰੀਏ ਤਕਰੀਬਨ 69 ਸੀਟਾਂ ਦੇ ਉੱਤੇ ਕਹਿੰਦੇ ਪ੍ਰਭਾਵ ਪੈ ਸਕਦਾ ਔਰ ਉਹ ਵੀ ਮਾਲਵੇ ਦੀਆਂ ਨੇ। ਸੋ ਮਾਲਵੇ ਦੇ ਵਿੱਚ ਅਗਰ ਗੱਲ ਕਰੀਏ, ਸੋ ਭਗਵੰਤ ਮਾਨ ਨੂੰ ਲੈ ਕੇ ਕਾਫੀ ਜ਼ਿਆਦਾ ਜ਼ੋਰ ਦੇਖਿਆ ਜਾ ਰਿਹਾ ਸੀਗਾ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿੱਦਾਂ ਦਾ ਅਸਰ ਲੈ ਕੇ ਆਊਗੀ ਚੀਜ਼? ਇਹ ਹੈ ਤਾਂ ਗਲਤ ਹੈ, ਅਸਰ ਲੋਕਾਂ ਤੇ ਅਸਰ ਪੈਣਾ ਇਹਦਾ, ਵੈਸੇ ਛੱਡਣਾ ਗਲਤ ਹੈ। ਇਹ ਨਹੀਂ ਹੋਣਾ ਚਾਹੀਦਾ ਸੀ ਤੁਹਾਡੇ ਹਿਸਾਬ ਨਾਲ? ਜੀ, ਤੁਹਾਡਾ ਕੀ ਕਹਿਣਾ ਜੀ? ਇਹਨੂੰ ਤਾਂ ਮੈਂ ਕਿਹਾ 7 ਤੋਂ 7 ਸਜ਼ਾ ਹੋਣੀ ਚਾਹੀਦੀ ਇਹਨੂੰ ਤਾਂ ਹੋਰ ਸਜ਼ਾ ਦੇਣੀ ਚਾਹੀਦੀ, ਛੱਡਣ ਦੀ ਤਾਂ ਮਤਲਬ ਇਹ ਬਣਦਾ ਇਹਦਾ। ਜੀ ਹਾਂਜੀ ਹਾਂ, ਇਹ ਸੋ ਗਲਤ ਕਰ ਰਹੇ ਇਹ ਫੈਸਲਾ ਕਿਸੇ ਤੋਂ ਪ੍ਰਭਾਵਿਤ ਲੱਗਦਾ ਤੁਹਾਨੂੰ ਜਾਂ ਕੀ ਲੱਗਦਾ? ਇਹ ਤਾਂ ਵੋਟਾਂ ਕਰਕੇ ਹੋ ਰਿਹਾ ਸਾਰਾ ਘਪਲਾ ਜੀ। ਸੋ ਜਿਵੇਂ ਕਿ ਅਸੀਂ ਲੋਕਾਂ ਦੇ ਨਾਲ ਲੋਕਾਂ ਨੂੰ ਰੂਬਰੂ ਕਰਵਾਇਆ, ਸੋ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਇਹ ਜਿਹੜਾ ਫੈਸਲਾ ਹੈ ਉਹ ਕਿਤੇ ਨਾ ਕਿਤੇ ਗਲਤ ਸਾਬਤ ਹੋ ਸਕਦਾ ਹੈ, ਇਸ ਦਾ ਪ੍ਰਭਾਵ ਜਿਹੜਾ ਹੈਗਾ ਉਹ ਗਲਤ ਹੋ ਸਕਦਾ ਹੈ। ਸੋ ਲੋਕਾਂ ਦਾ ਕਹਿਣਾ ਹੈਗਾ ਕਿ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਪੇਰੋਲ ਮਿਲੀ ਹੈ ਉਹ ਕਿਤੇ ਨਾ ਕਿਤੇ ਸਿਰਫ ਔਰ ਸਿਰਫ ਵੋਟਾਂ ਦੇ ਕਰਕੇ ਹੋਇਆ, ਇੱਕ ਸਿਆਸੀ ਫੈਸਲਾ ਹੋ ਸਕਦਾ। ਹਾਲਾਂਕਿ ਜਿਹੜਾ ਖੱਟਰ ਸਾਹਿਬ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਮਹਿਜ਼ ਇੱਕ ਸੰਜੋਗ ਦੀ ਗੱਲ ਹੈ ਕਿ ਚੋਣਾਂ ਦੇ ਵੇਲੇ ਇਹ ਫੈਸਲਾ ਆਇਆ ਹੈ, ਪਰ ਇਸ ਨੂੰ ਲੋਕ ਸੰਜੋਗ ਨਹੀਂ ਮੰਨ ਰਹੇ। ਇਸ ਨੂੰ ਹਰ ਪਾਸੇ ਤੋਂ ਇਹੀ ਦੇਖਿਆ ਜਾ ਰਿਹਾ ਹੈ ਕਿ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਲਿਆ ਜਾ ਰਿਹਾ। ਹੁਣ ਚੋਣਾਂ ਦੇ ਉੱਤੇ ਇਸ ਦਾ ਕੀ ਪ੍ਰਭਾਵ ਪਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ। 20 ਫਰਵਰੀ ਨੂੰ ਵੋਟਾਂ ਪੈਣ ਵਾਲੀਆਂ ਨੇ ਪੰਜਾਬ ਦੇ ਵਿੱਚ, ਸੋ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਦਾ ਚੋਣਾਂ ਦੇ ਉੱਤੇ ਪ੍ਰਭਾਵ ਪੈਂਦਾ ਹੈ। ਸੋ ਉਸ ਤੋਂ ਬਾਅਦ ਜਦੋਂ ਰਿਜ਼ਲਟ ਆਣਗੇ ਉਦੋਂ ਕਈ ਚੀਜ਼ਾਂ ਜਿਹੜੀਆਂ ਖੁੱਲ੍ਹ ਕੇ ਸਾਹਮਣੇ ਆ ਸਕਦੀਆਂ ਨੇ। ਹਾਲਾਂਕਿ 13 ਦਿਨ ਹਜੇ ਵੀ ਬਾਕੀ ਨੇ, ਇਹਨਾਂ 13 ਦਿਨਾਂ ਦੇ ਵਿੱਚ ਕੀ ਉਤਲ-ਫੁਤਲ ਹੁੰਦੀ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਕੈਮਰਾਮੈਨ ਪ੍ਰਦੀਪ ਭਾਰਦਵਾਜ ਦੇ ਨਾਲ ਮੈਂ ਸ਼ੇਖਰ ਰਾਏ, ਹਮਦਰਦ ਟੀਵੀ, ਮੋਹਾਲੀ।